ਮੁੱਦਾ ਗਰਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਕੌਰ। ਸੋ ਅੱਜ ਅਸੀਂ ਮੁੱਦੇ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੋ ਬੀਤੇ ਦਿਨ ਯੂਨੀਅਨ ਕੈਬਨਿਟ ਦੇ ਵਿੱਚ ਵਿਸਥਾਰ ਕੀਤਾ ਗਿਆ ਹੈ। ਬਿਲਕੁਲ ਜੋ 43 ਨਵੇਂ ਤੇ ਪੁਰਾਣੇ ਮੰਤਰੀਆਂ ਨੇ ਸਹੁੰ ਚੁੱਕੀਆਂ ਹੈ, ਪਰ ਇੱਥੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ। ਜੋ ਇਹ ਕੇਂਦਰੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਹੈ, ਜੋ 43 ਹੁਣ ਮੰਤਰੀ ਨੇ ਸਹੁੰ ਚੁੱਕੀ ਹੈ, ਆਖਿਰ ਇਹਦਾ ਕਾਰਨ ਕੀ ਰਿਹਾ ਹੈ? ਇਹਦੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਆ ਰਹੇ ਨੇ ਕਿ ਵਾਕਈ ਜਿਹੜਾ ਮੌਜੂਦਾ ਸਮਾਂ ਉਹਦੇ ਵਿੱਚ ਜ਼ਰੂਰਤ ਸੀ ਇਸ ਵਿਸਥਾਰ ਦੀ, ਜਾਂ ਜਿਹੜੇ ਮੰਤਰੀ ਇਹਨਾਂ ਤੋਂ ਬਾਹਰ ਹੋਏ ਨੇ ਕਿ ਉਹਨਾਂ ਦਾ ਕੰਮ ਸਹੀ ਨਹੀਂ ਸੀ। ਕਈ ਤਰ੍ਹਾਂ ਦੇ ਇੱਥੇ ਸਵਾਲ ਖੜੇ ਹੋ ਰਹੇ ਨੇ। 5 ਰਾਜਾਂ ਦੇ ਵਿੱਚ ਆਗਾਮੀ ਚੋਣਾਂ ਵੀ ਨੇ ਕਿ ਉਹਦੇ ਕਰਕੇ ਵਿਸਥਾਰ ਕੀਤਾ ਗਿਆ ਹੈ। ਇਹਦਾ ਵੀ ਕੋਈ ਕਾਰਨ ਹੈ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਵੱਡਾ ਕਾਰਨ ਹੈ? ਇਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਵੀ ਜੁੜ ਚੁੱਕੇ ਨੇ। ਰਜਿੰਦਰ ਭੰਡਾਰੀ ਜੀ ਜੋ ਕਿ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਨੇ, ਸਵਾਗਤ ਹੈ ਰਜਿੰਦਰ ਜੀ। ਗਵਰਨਰ ਹਰਪ੍ਰੀਤ ਜੀ ਨੇ ਸਾਡੇ ਨਾਲ ਜੋ ਕਿ ਪੰਜਾਬ ਕਾਂਗਰਸ ਦੇ ਆਗੂ ਨੇ। ਇਸ ਤੋਂ ਇਲਾਵਾ ਸਾਡੇ ਨਾਲ ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਜੀ ਜੋ ਕਿ ਸਿਆਸੀ ਮਾਮਲਿਆਂ ਦੇ ਮਾਹਰ ਨੇ। ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲੇ ਤੇ ਤੁਹਾਡਾ ਤਿੰਨਾਂ ਦਾ ਹੀ ਸਾਡੇ ਵਿਹੜੇ ਦੇ ਵਿੱਚ। ਸੋ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਭੰਡਾਰੀ ਜੀ, ਤੁਹਾਡੇ ਤੋਂ ਹੀ ਸ਼ੁਰੂ ਕਰਦੇ ਹਾਂ। ਕੈਬਨਿਟ ਦਾ ਵਿਸਥਾਰ ਹੋਇਆ ਹੈ, ਕਹਿ ਰਹੇ ਕਿ ਨਵਾਂ ਵਿਸਥਾਰ ਹੋ ਗਿਆ, 43 ਨਵੇਂ ਪੁਰਾਣੇ ਮੰਤਰੀਆਂ ਨੇ ਸਹੁੰ ਚੁੱਕੀ ਹੈ। ਸਭ ਤੋਂ ਪਹਿਲੇ ਤੇ ਕਾਰਨ ਕੀ ਹੈਗਾ ਇਹਦੇ ਪਿੱਛੇ ਕਿ ਕਿਉਂ ਇਹ ਜਿਹੜੀ ਜ਼ਰੂਰਤ ਪਈ ਹੈ? ਚੋਣਾਂ ਵੀ ਆ ਰਹੀਆਂ ਨੇ, ਕਿ ਉਹ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ? ਦੇਖੋ ਏਦਾਂ ਹੈ, ਕਾਰਨ ਤਾਂ ਕਿਆਸ ਲਾਉਣ ਵਾਲੀਆਂ ਗੱਲਾਂ, ਪਰ ਜਿਹੜੇ ਸਟੈਂਡਰਡ ਕਾਰਨ ਹੁੰਦੇ ਨੇ ਜੀ। ਦੇਖੋ ਪ੍ਰਾਈਮ ਮਿਨਿਸਟਰ ਬੀਇੰਗ ਹੈਡ ਆਫ ਦਾ ਗਵਰਨਮੈਂਟ, ਉਹਨਾਂ ਦੀ ਇੱਕ ਕੈਬਨਿਟ ਹੁੰਦੀ ਹੈ ਤੇ ਉਹਨਾਂ ਨੇ ਪੂਰੇ ਸਮੇਂ ਦੇ ਵਿੱਚ ਕਲਨ ਕਰਨਾ ਹੁੰਦਾ ਆਪਣੇ ਸਾਰੇ ਪੁਰਾਣੇ ਮਿਨਿਸਟਰਸ ਦਾ ਵੀ। ਉਹ ਜਿੱਥੇ ਕਮੀ ਪੇਸ਼ੀ ਹੁੰਦੀ ਹੈ ਉਹ ਕਰੈਕਟ ਵੀ ਕਰਨੀ ਹੁੰਦੀ ਹੈ, ਔਰ ਨਵੇਂ ਲੋਕਾਂ ਨੂੰ ਜਿਹੜੇ ਪੋਟੈਂਸ਼ੀਅਲ ਪੀਪਲ ਹੈ ਜਿਨ੍ਹਾਂ ਕੋਲ ਕੋਈ ਸਕਿੱਲ ਹੈ ਜਾਂ ਜਿਹੜੇ ਲੋਕ ਡਿਜ਼ਰਵ ਕਰਦੇ ਨੇ ਜਾਂ ਉਹ ਜ਼ਿਆਦਾ ਅੱਛਾ ਸਰਵ ਕਰ ਰਹੇ ਹਨ, ਉਹਨਾਂ ਨੂੰ ਵੀ ਚਾਂਸ ਦੇਣਾ ਹੁੰਦਾ। ਬਾਕੀ ਪੋਲੀਟੀਕਲ ਰੀਜ਼ਨਸ ਵੀ ਹੁੰਦੇ ਨੇ, ਉਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਕੁਝ ਸਟੇਟਸ ਦੇ ਵਿੱਚ ਇਲੈਕਸ਼ਨ ਆ ਰਹੇ ਨੇ, ਹੁੰਦੇ ਨੇ। ਤੇ ਬਾਕੀ ਇਹ ਹੈ ਕਿ ਮਿਡਵੇ ਦੀ ਸ਼ਫਲ ਹੈ ਤੇ ਇੱਕ ਜੈਨੂਅਨ ਹੈ, ਔਰ ਐਕਸਪੈਕਟਡ ਲਾਈਨਸ ਤੇ ਹੈ। ਇਸ ਕਾਰਨ ਜੋ ਵੀ ਹੋਇਆ ਉਹ ਦੇਸ਼ ਔਰ ਲੋਕਾਂ ਲਈ ਅੱਛਾ ਹੀ ਹੋਇਆ ਜੀ। ਬਿਲਕੁਲ ਬਿਲਕੁਲ। ਇੱਥੇ ਸਾਡੇ ਨਾਲ ਗਵਰਨਰ ਹਰਪ੍ਰੀਤ ਜੀ ਜੋ ਕਿ ਪੰਜਾਬ ਕਾਂਗਰਸ ਦੇ ਆਗੂ ਨੇ ਵੀ ਬਣੇ ਹੋਏ ਨੇ। ਹਰਪ੍ਰੀਤ ਜੀ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਕਿਉਂਕਿ ਇੱਥੇ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ। ਜਿਹੜੇ ਮੰਤਰੀ ਵਜ਼ਾਰਤ ਵਿੱਚੋਂ ਕੱਢੇ ਗਏ ਨੇ, ਜਿਹੜੇ ਬਾਹਰ ਕਰ ਦਿੱਤੇ ਗਏ ਨੇ, ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ, ਕਿ ਉਹਨਾਂ ਦੇ ਵੀ ਹੁਣ ਕੰਮ ਤੇ ਸਵਾਲੀਆ ਨਿਸ਼ਾਨ ਲੱਗਦੇ ਨੇ, ਤੇ ਜਿਹੜੇ ਨਵੇਂ ਭਰਤੀ ਕੀਤੇ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਹਿ ਸਕਦੇ ਆ ਕਿ ਅਸਾਰ ਬਣ ਰਹੇ ਨੇ? ਦੇਖੋ ਇਦਾਂ ਹੈ ਕਿ ਇਹ ਜੋ ਕੈਬਨਿਟ ਦਾ ਫੇਰ ਬਦਲ ਹੈ ਨਾ, ਇਹ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਸਰਕਾਰ ਦੀ ਜਿਹੜੀ ਗਿਰਦੀ ਹੋਈ ਸਾਖ ਹੈ ਇਹ ਉਸ ਨੂੰ ਬਚਾਉਣ ਦਾ ਇੱਕ ਮੈਂ ਸਮਝਦਾ ਨਾਕਾਮਯਾਬ ਯਤਨ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਅੱਗੇ ਆਉਣ ਵਾਲੀਆਂ 5 ਰਾਜਾਂ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੈ, ਬਿਲਕੁਲ ਠੀਕ ਗੱਲ ਹੈ। ਇਹ ਜਿਹੜੀਆਂ 5 ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ, ਉਸ ਦੇ ਮੱਦੇਨਜ਼ਰ ਜਿਹੜੀ ਸਰਕਾਰ ਦੀ ਜਿਹੜੀ ਇੱਕ ਫਜ਼ੀਹਤ ਹੋਈ ਹੈ ਲੋਕਾਂ ਦੀ ਨਜ਼ਰ ਦੇ ਵਿੱਚ, ਜੋ ਅੱਜ ਦੇਸ਼ ਦੇ ਵਿੱਚ ਹਾਲਾਤ ਨੇ, ਜੇ ਮੈਨੂੰ ਤੁਸੀਂ ਥੋੜਾ ਜਿਹਾ ਸਮਾਂ ਦਿਓ ਤੇ ਮੈਂ ਇਹ ਸਾਰੇ ਕਾਸੇ ਦਾ ਐਨਾਲਿਸਿਸ ਕਰਕੇ ਤੁਹਾਡੇ ਸਾਹਮਣੇ ਰੱਖ ਸਕਦਾ ਕਿ ਜਿਵੇਂ ਦੇਖੋ ਸਾਡੇ ਸਿਹਤ ਮੰਤਰੀ ਹਰਸ਼ਵਰਧਨ ਜੀ, ਉਹਨਾਂ ਦੀ ਜਿਹੜੀ ਪਿਛਲੇ ਕਰੋਨਾ ਦੇ ਸਮੇਂ ਦੇ ਵਿੱਚ ਜਿਹੜੀ ਨਾਕਾਮਯਾਬੀ, ਜਿਸ ਤਰੀਕੇ ਨਾਲ ਉਹਨਾਂ ਦਾ ਫੇਲੀਅਰ, ਉਹਦਾ ਸਜ਼ਾ ਉਹਨਾਂ ਨੂੰ ਮਿਲੀ, ਜਾਂ ਕਹਿ ਲਓ ਵੀ ਉਹਦਾ ਭਾਂਡਾ ਉਹਨਾਂ ਸਿਰ ਭੰਨਿਆ ਗਿਆ। ਉਸ ਤੋਂ ਬਾਅਦ ਜਿਨ੍ਹਾਂ ਨੂੰ ਮੈਂ ਕੈਬਨਿਟ ਚੋਂ ਇਹਨਾਂ ਨੇ ਕੱਢਿਆ, ਮੈਂ ਪਹਿਲਾਂ ਉਹਨਾਂ ਦੀ ਗੱਲ ਕਰੂੰਗਾ, ਉਸ ਤੋਂ ਬਾਅਦ ਫੇਰ ਬਦਲ ਤੇ ਆਵਾਂਗੇ। ਜਿਹੜੇ ਮੈਂ ਖਾਸ ਤੌਰ ਤੇ ਇੱਥੇ ਜ਼ਿਕਰ ਕਰਨਾ ਚਾਹੁੰਦਾ, ਕਾਨੂੰਨ ਮੰਤਰੀ ਰਵੀ ਸ਼ੰਕਰ ਜੀ, ਅੱਜ ਦੇਸ਼ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ ਉਹਦੇ ਜ਼ਿੰਮੇਵਾਰ ਉਹਨਾਂ ਨੂੰ ਠਹਿਰਾ ਕੇ ਤੇ ਉਹਨਾਂ ਦੇ ਉੱਤੇ ਗਾਜ ਗਿਰੀ ਹੈ। ਉਸ ਤੋਂ ਬਾਅਦ ਵਾਤਾਵਰਣ ਦਾ ਮਹਿਕਮਾ, ਜਿਨ੍ਹਾਂ ਕੋਲ ਸੀ ਪ੍ਰਕਾਸ਼ ਜਾਵੜੇਕਰ, ਜੋ ਉਹਨਾਂ ਦਾ ਫੇਲੀਅਰ ਉਹਨਾਂ ਦੇ ਮਹਿਕਮੇ ਦਾ। ਉਸ ਤੋਂ ਬਾਅਦ ਗੱਲ ਕਰੀਏ ਰਮੇਸ਼ ਪੋਖਰੀਆਲ, ਜਿਹੜੇ ਸਿੱਖਿਆ ਮੰਤਰੀ, ਜੋ ਅੱਜ ਐਜੂਕੇਸ਼ਨ ਦੇ ਹਾਲਾਤ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਰੀ ਸਿਰ ਕਿਰਤ ਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਹੋਰੀ, ਜੋ ਅੱਜ ਕਿਉਂਕਿ ਦੇਖੋ ਬੇਰੋਜ਼ਗਾਰੀ ਜਿਸ ਢੰਗ ਨਾਲ ਦੇਸ਼ ਵਿੱਚ ਵਧੀ ਹੈ, ਔਰ ਉਸ ਤੋਂ ਬਾਅਦ ਸਮਾਜਿਕ ਨਿਆਂ, ਸੋਸ਼ਲ ਜਸਟਿਸ, ਜਿਹੜਾ ਉਹਦੇ ਜੋ ਅੱਜ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਜੋ ਲੋਕਾਂ ਦੇ ਵਿੱਚ ਦੇਸ਼ ਦੇ ਹਰ ਕੋਨੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਇਹਨਾਂ ਗੱਲਾਂ ਨੂੰ ਲੈ ਕੇ, ਜੋ ਅਮਨ ਕਾਨੂੰਨ ਦੀ ਸਥਿਤੀ ਦਾ ਜੋ ਇਹਨਾਂ ਨੇ ਜਲੂਸ ਕੱਢਿਆ, ਮੈਂ ਕਹਿੰਦਾ ਉਹਦੀ ਇਹਨਾਂ ਦੇ ਉੱਤੇ ਗਾਜ ਸਿੱਟੀ ਗਈ ਹੈ, ਇਹਨਾਂ ਨੂੰ ਦੋਸ਼ੀ ਠਹਿਰਾ ਕੇ ਇੱਕ ਤਰ੍ਹਾਂ ਨਾਲ ਇਹਨਾਂ ਮੰਤਰੀਆਂ ਨੂੰ। ਉਸ ਤੋਂ ਬਾਅਦ ਗੱਲ ਕਰੀਏ ਜੇ ਪੈਟਰੋਲੀਅਮ ਮੰਤਰੀ ਜਿਹੜੇ ਆਪਣੇ
ਧਰਮਿੰਦਰ ਪ੍ਰਧਾਨ ਹੋਰੀ ਸੀਗੇ, ਉਹਨਾਂ ਦਾ ਬਦਲ ਕੇ ਮਹਿਕਮਾ ਉਹ ਦਿੱਤਾ ਗਿਆ ਪੁਰੀ ਸਾਹਿਬ ਨੂੰ। ਅੱਛਾ, ਹੁਣ ਮੈਂ ਇਹ ਗੱਲ ਇੱਕ ਬੜੀ ਹੈਰਾਨੀ ਹੈ ਕਿ ਸਿੱਖਿਆ ਵਰਗਾ ਇੰਪੋਰਟੈਂਟ ਮਹਿਕਮਾ ਉਹਨਾਂ ਨੂੰ ਫੇਰ ਦਿੱਤਾ ਗਿਆ। ਇਹ ਤਾਂ ਨੱਕ ਨਾਲੋਂ ਲਾ ਕੇ ਤੇ ਮੂੰਹ ਨਾਲ ਲਾਉਣ ਵਾਲੀ ਗੱਲ ਹੈ ਵੀ ਉਹਨਾਂ ਨੂੰ ਸਿੱਖਿਆ ਦੀ ਜ਼ਿੰਮੇਵਾਰੀ, ਜਿਹੜਾ ਬੰਦਾ ਆਲਰੇਡੀ ਫੇਲ ਹੋ ਚੁੱਕਿਆ ਹੈ ਉਹਨੂੰ ਬਜਾਏ ਬਾਹਰ ਕਰਨ ਦੇ ਉਹਨੂੰ ਸਿੱਖਿਆ ਵਰਗਾ ਮਹੱਤਵਪੂਰਨ ਇੰਪੋਰਟੈਂਟ ਮਹਿਕਮਾ ਦਿੱਤਾ ਗਿਆ ਹੈ। ਇਹ ਬੜੀ ਅਫਸੋਸਨਾਕ ਗੱਲ ਹੈ। ਔਰ ਦੂਸਰੀ ਗੱਲ, ਜਿਹੜੇ ਜੋਤਿਰਾਦਿੱਤਿਆ ਸਿੰਧੀਆ ਹੋਰਾਂ ਨੂੰ, ਕਿਉਂਕਿ ਉਹ ਜਦੋਂ ਦੇ 2 ਸਾਲ ਦੇ ਇਹਨਾਂ ਦੇ ਨਾਲ ਰਲੇ ਸੀ ਕਾਂਗਰਸ ਨੂੰ ਛੱਡ ਕੇ, ਤੇ ਉਹਨਾਂ ਦੇ ਵਿੱਚ ਬੜਾ ਰੋਸ ਸੀ ਔਰ ਜੋ ਉਹ ਜਿਸ ਉਮੀਦ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੀ ਉਹ ਉਮੀਦ ਉਹਨਾਂ ਦੀ ਪੂਰੀ ਨਹੀਂ ਹੋਈ ਸੀ। ਤਾਂ ਉਹਨਾਂ ਨੂੰ ਸੈਟੀਸਫਾਈ ਕਰਨ ਲਈ, ਕਿਉਂਕਿ ਉਹ ਜਦੋਂ ਜਿੰਨਾ ਚਿਰ ਤੱਕ ਕਾਂਗਰਸ ਦੇ ਵਿੱਚ ਸੀਗੇ ਉਹ ਬੜੀ ਹਵਾ ਕਰਦੇ ਸੀ ਆਪਣੀ ਲੀਡਰੀ ਦੀ, ਉਹਨਾਂ ਨੂੰ ਹਵਾਬਾਜ਼ੀ ਬਣਾ ਕੇ ਤੇ ਹਵਾ 'ਚ ਟੰਗਤਾ। ਉਸ ਮਹਿਕਮੇ ਦੇ ਪੱਲੇ ਕੁਝ ਨਹੀਂ, ਇੱਕ ਸਿਰਫ ਉਹਨਾਂ ਨੂੰ ਹਵਾਬਾਜ਼ੀ ਕਰਨ ਲਈ, ਇੱਕ ਫੇਲ ਕਰਨ ਦੇ ਮੈਂ ਸਮਝਦਾ ਵੀ ਤਰੀਕੇ ਨਾਲ ਇੱਕ ਬੇਕਲਮਦਾਨ ਮੰਤਰੀ ਰੱਖਿਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਇਹ ਕਹੂੰਗਾ ਇੱਥੇ ਕਿ ਇਹ ਰੇਲ ਦਾ ਇੰਜਣ ਖਰਾਬ ਹੈ, ਇਹ ਡੱਬੇ ਬਦਲ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਨ ਮੈਂ ਕਹਿਣਾ ਪ੍ਰਧਾਨ ਮੰਤਰੀ ਬਦਲਣ ਦੀ ਲੋੜ ਸੀ। ਜਿਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅੱਜ ਜੋ ਕੁਝ ਵੀ ਚੱਲ ਰਿਹਾ ਮੋਦੀ ਸਾਹਿਬ ਦੀ ਅਗਵਾਈ ਹੇਠ, ਇਹ ਮੋਦੀ ਸਾਹਿਬ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਹੋਇਆਂ ਉਹਨਾਂ ਨੂੰ ਬਦਲਣ ਦੀ ਲੋੜ ਸੀ, ਪ੍ਰਧਾਨ ਮੰਤਰੀ ਬਦਲਣ ਦੀ ਲੋੜ ਸੀ। ਇਹ ਛੋਟੇ-ਮੋਟੇ ਮੰਤਰੀਆਂ ਦੇ ਮਹਿਕਮੇ ਬਦਲ ਕੇ ਇਹ ਸਿਰਫ ਉਹਨਾਂ ਨੂੰ ਇੱਕ ਬਲੀ ਦਾ ਬੱਕਰਾ ਬਣਾਉਣ ਦਾ ਯਤਨ ਕੀਤਾ ਗਿਆ। ਇਹ ਉਹਨਾਂ ਨਾਲ ਵੀ ਕੋਈ ਸਿਆਸੀ ਤੌਰ ਤੇ ਮੈਂ ਸਮਝਦਾ ਨਿਆਂ ਨਹੀਂ ਹੋਇਆ, ਕਿਉਂਕਿ ਇਸ ਦੇਸ਼ ਦੇ ਵਿੱਚ ਸਾਰੇ ਲੋਕ ਆਪਾਂ ਇਹ ਜਾਣਦੇ ਹਾਂ ਕਿ ਚਲਦੀ ਤਾਂ ਮੋਦੀ ਸਾਹਿਬ ਦੀ ਹੈ, ਬਾਕੀ ਤਾਂ ਡੰਮੀ ਰਬੜ ਸਟੈਂਪ ਮੰਤਰੀ ਬਣਾਏ ਨੇ, ਉਹਨਾਂ ਨੂੰ ਜਦੋਂ ਮਰਜ਼ੀ ਇੱਧਰੋਂ ਉੱਧਰ ਲਾਤਾ ਉੱਧਰੋਂ। ਹੁਣ ਤੁਸੀਂ ਦੇਖੋ, ਇੱਕ ਖਾਸ ਗੱਲ ਜਿਹੜੀ ਮੈਂ ਇੱਥੇ ਕਰਨੀ ਚਾਹੁੰਦਾ ਵੀ ਅਨੁਰਾਗ ਠਾਕੁਰ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ। ਕੀ ਕੁਆਲੀਫਿਕੇਸ਼ਨ ਆ ਉਸ ਬੰਦੇ ਦੀ? ਉਹ ਸਿਰਫ ਉਸ ਗੱਲ ਦਾ ਉਹਨੂੰ ਇਨਾਮ ਮਿਲਿਆ ਜਿਹੜਾ ਦਿੱਲੀ ਇਲੈਕਸ਼ਨ ਦੇ ਵਿੱਚ ਉਹਨੇ ਇੱਕ ਬੜੀ ਭੱਦੀ ਕਿਸਮ ਦੀ ਨਾਅਰੇਬਾਜ਼ੀ ਕੀਤੀ ਸੀ, ਉਹ ਗੋਲੀ ਮਾਰੋ ਸਾਲੋਂ ਕੋ ਦੇਸ਼ ਕੇ ਗੱਦਾਰੋਂ ਕੋ, ਇਹੋ ਜਿਹੀ ਨਾਅਰੇਬਾਜ਼ੀ ਕਰਨ ਵਾਲੇ ਉਹਨੂੰ ਬਲਕਿ ਕੈਬਨਿਟ ਚੋਂ ਬਾਹਰ ਕੀਤਾ ਜਾਣਾ ਸੀ। ਉਹਨੂੰ ਤਰੱਕੀ ਦੇ ਕੇ ਇਹਨਾਂ ਨੇ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਹੈ। ਇਹ ਵੀ ਬੜੀ ਇੱਕ ਮੈਂ ਸਮਝਦਾ ਨਿੰਦਣਯੋਗ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ। ਜੀ ਬਿਲਕੁਲ, ਇੱਥੇ ਸਾਡੇ ਨਾਲ ਸਿਆਸੀ ਮਾਮਲਿਆਂ ਦੇ ਮਾਹਰ ਜਿਹੜੇ ਨੇ ਪ੍ਰਿੰਸੀਪਲ ਕੁਲਦੀਪ ਸਿੰਘ ਜੀ ਕਲਸੀ ਜੀ ਸਾਡੇ ਨਾਲ ਮੌਜੂਦ ਨੇ। ਕਲਸੀ ਜੀ, ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ? ਕੈਬਨਿਟ ਦਾ ਵਿਸਥਾਰ ਹੋਇਆ, ਹਾਲਾਂਕਿ ਜੇਕਰ ਗੱਲ ਕਰੀਏ ਕਮਰ ਹਰਪ੍ਰੀਤ ਜੀ ਨੇ ਬਹੁਤ ਕੁਝ ਐਕਸਪਲੇਨ ਕੀਤਾ ਹੈ, ਤੁਹਾਡਾ ਕੀ ਕਹਿਣਾ ਇਸ ਦੇ ਵਿੱਚ? ਮੇਰਾ ਨਾ ਮਿਕਸ ਰਿਸਪੌਂਸ ਹੈ। ਦੋਨਾਂ ਹੀ ਜਿਹੜੇ ਪੈਨਲਿਸਟ ਨੇ ਉਹਨਾਂ ਦਾ ਮਿਕਸਚਰ ਹੈ ਬੇਸਿਕਲੀ। ਜਿਹੜੀ ਗੱਲ ਭੰਡਾਰੀ ਸਾਹਿਬ ਨੇ ਕਹੀ ਕਿ ਪ੍ਰਧਾਨ ਮੰਤਰੀ ਆਪਣੀ ਮੰਤਰੀ ਮੰਡਲ ਦਾ ਮਾਲਕ ਹੁੰਦਾ ਹੈ, ਜਦੋਂ ਚਾਹਵੇ ਉਹ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰ ਸਕਦਾ ਹੈ। ਮੰਤਰੀ ਨੂੰ ਕਿਸੇ ਨੂੰ ਵਿਭਾਗ ਚੇਂਜ ਕਰ ਸਕਦਾ, ਉਹਨਾਂ ਦੇ ਰੈਂਕਾਂ ਵਿੱਚ ਤਬਦੀਲੀ ਕਰ ਸਕਦਾ, ਕਿਸੇ ਨੂੰ ਮੰਤਰੀ ਮੰਡਲ ਵਿੱਚੋਂ ਕੱਢ ਸਕਦਾ, ਕਿਸੇ ਨੂੰ ਸ਼ਾਮਲ ਕਰ ਸਕਦਾ। ਇਹ ਪ੍ਰੈਰੋਗੇਟਿਵ ਹੈ ਪ੍ਰਧਾਨ ਮੰਤਰੀ ਦਾ। ਪੋਲੀਟੀਕਲ ਸਾਇੰਸ ਸਟੂਡੈਂਟ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਕਦੇ ਵੀ ਕਰ ਸਕਦਾ ਹੈਗਾ। ਇਸ ਕਰਕੇ ਜੋ ਮੋਦੀ ਸਾਹਿਬ ਨੇ ਕੀਤਾ ਪੋਲੀਟੀਕਲ ਸਾਇੰਸ ਦੀ ਭਾਸ਼ਾ ਦੇ ਵਿੱਚ ਠੀਕ ਕੀਤਾ, ਉਹ ਕਰ ਸਕਦੇ ਨੇ ਅਜਿਹਾ ਕਰਨ ਲਈ। ਜਿਹੜੀ ਗੱਲ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇੰਜਨ ਬਦਲਣ ਦੀ ਲੋੜ ਸੀ, ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹੋਣ ਦੇ ਨਾਤੇ ਇਸ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਇਕੱਲਾ ਇੰਜਨ ਨਹੀਂ ਬਦਲਿਆ ਜਾਂਦਾ। ਜਦੋਂ ਇੰਜਨ ਬਦਲਿਆ ਜਾਵੇ ਤਾਂ ਸਾਰਾ ਮੰਤਰੀ ਮੰਡਲ ਹੀ ਖਤਮ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨਾਲ ਸਾਰਾ ਮੰਤਰੀ ਮੰਡਲ ਦੁਬਾਰਾ ਤੋਂ ਚੁਣਨਾ ਪੈਂਦਾ, ਉਹ ਚੇਂਜ ਨਹੀਂ ਹੋ ਸਕਦਾ। ਇਕੱਲਾ ਪ੍ਰਧਾਨ ਮੰਤਰੀ ਕਦੇ ਚੇਂਜ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਮਾਲਕ ਹੁੰਦਾ ਮੰਤਰੀ ਮੰਡਲ ਦਾ, ਉਹ ਬਹੁਮਤ ਦਾ ਨੇਤਾ ਹੁੰਦਾ, ਇਸ ਕਰਕੇ ਉਹਦੀ ਚੇਂਜ ਨਹੀਂ ਹੋ ਸਕਦੀ। ਔਰ ਜਿਹੜੀਆਂ ਤਬਦੀਲੀਆਂ ਹੋਈਆਂ ਨੇ ਕੈਬਨਿਟ ਵਿੱਚ, ਮੇਜਰ ਜਿਹੜੀਆਂ ਚੇਂਜਸ, ਜਿਹੜੇ ਪੋਰਟਫੋਲੀਓ ਸੀ, ਨਾ ਡਿਫੈਂਸ ਬਦਲਿਆ ਗਿਆ, ਨਾ ਫੋਰਨ ਅਫੇਅਰ ਬਦਲਿਆ ਗਿਆ, ਨਾ ਫਾਈਨਾਂਸ ਬਦਲਿਆ ਗਿਆ, ਨਾ ਹੋਮ ਮਿਨਿਸਟਰੀ ਬਦਲ ਗਈ। ਇਹ ਅਸੀਂ ਮੰਨਦੇ ਹਾਂ ਕਿ ਪ੍ਰਧਾਨ ਮੰਤਰੀ ਤੋਂ ਥੱਲੇ ਦੇ ਮੁੱਖ ਮੰਤਰਾਲੇ ਹੁੰਦੇ ਆ ਜਿਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਜਿਹੜੀਆਂ ਚੇਂਜਸ ਹੋਈਆਂ, ਮੈਂ ਇਹ ਸਮਝਦਾ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹੋਣ ਦੇ ਨਾਤੇ ਕਿ ਬੀਜੇਪੀ ਇਸ ਵੇਲੇ ਦੇਸ਼ ਦੀ ਸਭ ਤੋਂ ਵੱਧ ਡਿਸਿਪਲਿਨ ਪਾਰਟੀ ਹੈਗੀ ਹੈ। ਜਿਨ੍ਹਾਂ ਤੋਂ ਵੀ ਅਸਤੀਫੇ ਲਏ ਗਏ ਨੇ, ਉਹ ਇਹ ਨਹੀਂ ਕਿ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਹੀ ਲਏ ਹੋਣਗੇ। ਜੇਕਰ ਕਾਰਗੁਜ਼ਾਰੀ ਕਰਕੇ ਲਏ ਹੁੰਦੇ, ਤੋਮਰ ਸਾਹਿਬ ਦਾ ਅਸਤੀਫਾ ਸਭ ਤੋਂ ਪਹਿਲਾਂ ਹੋਣਾ ਸੀਗਾ, ਜਿਹਦੇ ਕਰਕੇ ਪਿਛਲੇ 7 ਮਹੀਨਿਆਂ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਇੱਕ ਬਹੁਤ ਵੱਡਾ ਅੰਦੋਲਨ, ਕਿਸਾਨੀ ਅੰਦੋਲਨ ਚੱਲ ਰਿਹਾ, ਜਿੱਥੇ ਸਾਡੀਆਂ ਮੈਨੂੰ ਲੱਗਦਾ ਕਿਸੇ ਕਾਰਗੁਜ਼ਾਰੀ ਨੂੰ ਹੀ ਇੱਕ ਮਾਨ ਰੱਖਿਆ ਜਾਂਦਾ। ਇਹ ਠੀਕ ਹੈ ਕਿ ਕੋਵਿਡ ਦੀ ਜਿਹੜੀ ਸੈਕਿੰਡ ਵੇਵ ਸੀ, ਉਸ ਵਿੱਚ ਜੋ ਭਾਰਤ ਦੇ ਵਿੱਚ ਉਹ ਦਸ਼ਾ ਹੋਈ, ਉਹ ਦਸ਼ਾ ਦੇ ਲਈ ਜ਼ਰੂਰ ਇਹ ਮੰਤਰੀ ਮੰਡਲ ਔਰ ਖਾਸ ਤੌਰ ਤੇ ਸਾਡੇ ਹੈਲਥ ਮਿਨਿਸਟਰ ਜ਼ਿੰਮੇਵਾਰ ਸੀਗੇ ਕਿ ਜਿਨ੍ਹਾਂ ਨੇ ਜੋ ਕੋਸ਼ਿਸ਼ਾਂ ਕਰਨੀਆਂ ਬਣਦੀਆਂ ਸੀਗੀਆਂ ਉਹ ਨਹੀਂ ਕੀਤੀਆਂ। ਜਿਵੇਂ ਰੇਲਵੇ ਮਿਨਿਸਟਰ ਨੇ ਜਦੋਂ ਸਾਡੇ ਲੋਕਡਾਊਨ ਲੱਗਿਆ ਸੀਗਾ, ਜਿਵੇਂ ਸਾਡੇ ਮਾਈਗ੍ਰੈਂਟ ਲੇਬਰ ਵਿਚਾਰੇ ਪੈਦਲ ਆਪਣੇ ਦੇਸ਼ਾਂ ਨੂੰ ਗਏ,
ਜੋ ਬਣਦੀ ਵਿਵਸਥਾ ਨਹੀਂ ਕੀਤੀ ਗਈ। ਇਹ ਕਮੀਆਂ ਜ਼ਰੂਰ ਮਿਨਿਸਟਰੀਆਂ ਦੇ ਵਿੱਚ ਰਹੀਆਂ ਨੇ, ਉਹਨਾਂ ਕਰਕੇ ਕੁਝ ਨਾ ਕੁਝ ਕਾਰਨ ਵੀ ਰਹੇ ਹੋਣਗੇ, ਪਰ ਸਾਰੇ ਦੇ ਸਾਰੇ ਹੋਲੀ ਸੋਲੀ ਕਿ ਉਹ ਨਾਨ ਪਰਫਾਰਮਰ ਸੀਗੇ ਤੇ ਨਾਨ ਪਰਫਾਰਮਰ ਕਰਕੇ ਉਹਨੂੰ ਕੱਢ ਦਿੱਤਾ ਗਿਆ। ਕੁਝ ਗੱਲਾਂ ਹੈਗੀਆਂ ਨੇ, ਔਰ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਪੋਲੀਟੀਕਲੀ ਉਹਦੇ ਰੀਜ਼ਨ ਵੀ ਨੇ ਕਿ ਸਾਡੀਆਂ ਬਹੁਤ ਥੋੜਾ ਸਮਾਂ ਰਹਿ ਗਿਆ ਕਿ 5 ਸਟੇਟਾਂ ਜਿਹੜੀਆਂ ਖਾਸ ਤੌਰ ਤੇ ਇੰਪੋਰਟੈਂਟ ਹੈ, ਜਿਹੜੀ ਯੂਪੀ, ਕਿਉਂਕਿ ਉਹ ਹਾਰਟ ਆਫ ਇੰਡੀਆ ਹੈ, ਨਾਰਦਰਨ ਇੰਡੀਆ ਦੇ ਵਿੱਚ ਦੀਆਂ 80 MPs ਨੇ, ਔਰ ਉਹ ਸਟੇਟ ਬਹੁਤ ਇੰਪੋਰਟੈਂਟ ਹੈ ਅਗਲੀ ਰਾਜ ਸਥਾਪਿਤ ਕਰਨ ਲਈ ਕਿ ਉਹਦਾ ਕਿਹਦਾ ਰਾਜ ਆਏਗਾ। ਇਸ ਕਰਕੇ ਯੂਪੀ ਨੂੰ ਇੰਪੋਰਟੈਂਸ ਦਿੰਦੇ ਹੋਏ ਇਸੇ ਕਰਕੇ ਇਸ ਕੈਬਨਿਟ ਵਿੱਚ 7 ਮੰਤਰੀ ਲਏ ਗਏ ਨੇ ਯੂਪੀ ਦੇ ਵਿੱਚੋਂ, ਕੱਲ ਯੂਪੀ ਦੇ ਵਿੱਚੋਂ 4 ਵੈਸਟ ਬੰਗਾਲ ਚੋਂ ਲਏ ਗਏ ਨੇ, 4 ਕਰਨਾਟਕ ਦੇ ਵਿੱਚੋਂ ਵੀ ਆਏ ਨੇ। ਇੱਥੇ ਵੀ ਗੱਲ ਹੈ ਕਿ ਪੰਜਾਬ ਦਾ ਕੋਈ ਨਹੀਂ ਇਹਦੇ ਵਿੱਚ। ਹਾਂ, ਮੈਂ ਵੀ ਉਹ ਗੱਲ ਕਰਨ ਲੱਗਾ ਸੀਗਾ ਕਿ ਇਹ ਇੱਕ ਜਿਹੜੀ ਹੈਗੀ ਆ ਕਿ ਜਿਹੜੇ ਬੀਜੇਪੀ ਦੇ ਐਲੀਜ਼ ਨੇ, ਜਿਹੜੇ ਕੋਈ ਡਿਫੈਕਟ ਕਰਕੇ ਦੂਜੋਂ ਆਏ ਨੇ, ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਵੀ ਜਿਹੜਾ ਬਣਦਾ ਉਹਨਾਂ ਦਾ ਇਨਾਮ ਦਿੱਤਾ ਜਾਵੇ, ਉਹ ਇਨਾਮ ਮਿਲੇ ਨੇ। ਠੀਕ ਹੈ, ਚਾਹੇ ਉਹ ਵਿਜੇ ਰਾਜ ਸਿੰਧੀਆ ਸੀ, ਚਾਹੇ ਰਾਣੇ ਜੀ ਮਹਾਰਾਸ਼ਟਰ ਤੋਂ ਉੱਪਰ ਹੈ, ਚਾਹੇ ਰੀਟਾ ਜੋਸ਼ੀ ਹੈਗੀ ਹੈ, ਬਹੁਤ ਸਾਰੇ ਜਨਤਾ ਦਲ ਯੂਨਾਈਟਿਡ ਤੋਂ ਬਿਹਾਰ ਤੋਂ 2 ਬੰਦੇ ਲਏ ਗਏ ਨੇ, ਪਾਸਵਾਨ ਦਾ ਬੰਦਾ ਲਿਆ ਗਿਆ ਹੈਗਾ ਜਿਹੜਾ ਖਾਸ ਤੌਰ ਤੇ ਚਾਹੇ ਉਹ ਰੈਬਲ ਵੀ ਹੈ, ਉਹਨੂੰ ਵੀ ਕੈਬਨਿਟ ਵਿੱਚ ਲਿਆ ਗਿਆ ਹੈਗਾ। ਤਾਂ ਮੈਂ ਸਮਝਦਾ ਕਿ ਇਹਦੇ ਵੇਰੀਅਸ ਰੀਜ਼ਨਸ ਨੇ ਜਿਹਦੇ ਕਰਕੇ 24 ਦੀ ਇਲੈਕਸ਼ਨ ਵੀ ਧਿਆਨ ਵਿੱਚ ਹੈ, ਜਿਹੜੀ 22 ਦੇ ਵਿੱਚ ਆਉਣੀ ਹੈਗੀ, ਪਹਿਲੇ ਕੁਆਟਰ ਦੇ ਵਿੱਚ ਇਲੈਕਸ਼ਨ ਆਉਣੀ ਹੈ, ਨੈਕਸਟ ਈਅਰ ਗੁਜਰਾਤ ਦੀ ਇਲੈਕਸ਼ਨ ਵੀ ਹੈ। ਇਹ ਸਾਰਾ ਕੁਝ ਧਿਆਨ 'ਚ ਰੱਖ ਕੇ ਹੀ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ, ਪਰ ਇਸ ਨੂੰ ਨਿਰਾਪੁਰਾ ਅਸੀਂ ਕਿ ਜਿਹੜੇ 12 ਕੱਢੇ ਨੇ ਕਿ ਨਾਨ ਪਰਫਾਰਮਰ ਸੀਗੇ, ਨਾਨ ਪਰਫਾਰਮਰ ਹੋਰ ਵੀ ਹੈਗੇ ਨੇ, ਹੈ ਨਾ, ਤੇ ਇੰਜਣ ਬਦਲਿਆ ਹੀ ਨਹੀਂ ਜਾ ਸਕਦਾ। ਤੇ ਪੋਲੀਟੀਕਲ ਸਾਇੰਸ ਦੀ ਭਾਸ਼ਾ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਪ੍ਰਧਾਨ ਮੰਤਰੀ ਇਸ ਦਾ ਹੱਕ ਰੱਖਦਾ ਹੈ ਉਸ ਤੇ। ਚਲੋ ਅਸੀਂ ਭੰਡਾਰੀ ਜੀ ਤੋਂ ਹੀ ਪੁੱਛ ਲੈਂਦੇ ਹਾਂ। ਭੰਡਾਰੀ ਜੀ, ਜਿਸ ਤਰ੍ਹਾਂ ਦੇ ਨਾਲ ਹੁਣ ਸਵਾਲ ਤਾਂ ਖੜੇ ਹੋ ਰਹੇ ਨੇ, ਚਾਹੇ ਖੇਡ ਮੰਤਰੀ ਹੈ, ਇੱਕ ਪਾਸੇ ਹੁਣ ਰੀਓ ਓਲੰਪਿਕਸ ਜਿਹੜੀਆਂ ਆ ਰਹੀਆਂ ਨੇ, ਓਲੰਪਿਕਸ 17 ਦਿਨ ਰਹਿ ਗਏ ਨੇ, ਪਰ ਐਟ ਏ ਟਾਈਮ ਇਸ ਟਾਈਮ ਦੇ ਵਿੱਚ ਖੇਡ ਮੰਤਰੀ ਦਾ ਬਦਲਣਾ, ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਗਿਆ, ਦਾਅਵਾ ਕੀਤਾ ਜਾ ਰਿਹਾ ਸੀ ਸਰਕਾਰ ਦੇ ਵੱਲੋਂ, ਪਰ ਇਸ ਟਾਈਮ ਦੇ ਵਿੱਚ ਸਿੱਖਿਆ ਮੰਤਰੀ ਦਾ ਬਦਲ ਦੇਣਾ, ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ। ਇਹਦਾ ਕੀ ਜਵਾਬ ਦਿਓਗੇ ਕਿ ਕੀ ਕਾਰਨ ਕੀ ਰਿਹਾ ਹੈ, ਕਿ ਕੀ ਉਹਨਾਂ ਦੀ ਪਰਫਾਰਮੈਂਸ ਵਾਕਈ ਹੀ ਸਵਾਲਾਂ ਦੇ ਘੇਰੇ 'ਚ ਸੀਗੀ? ਦੇਖੋ, ਏਦਾਂ ਹੈ, ਜਿਹੜਾ ਪ੍ਰੋਫੈਸਰ ਕੁਲਦੀਪ ਸਿੰਘ ਹੋਣਾ ਨੇ ਕਿਹਾ ਉਹ ਬਹੁਤ ਕਾਫੀ ਹੱਦ ਤੱਕ ਉਹਨਾਂ ਨੇ ਕਦਮ ਠੀਕ ਕੀਤਾ ਤੇ ਆਪਣੇ ਕਾਂਗਰਸ ਨੁਮਾਇੰਦੇ ਆਪਣੀ ਭਾਸ਼ਾ 'ਚ ਕਹਿੰਦੇ ਨੇ ਉਹਨਾਂ ਦਾ ਅਧਿਕਾਰ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਦੇਖੋ, ਏਦਾਂ ਹੈ ਕਿ ਹੀ ਰਾਈਟਲੀ ਸੈਡ ਕੁਲਦੀਪ ਜੀ, BJP is a organized party, disciplined party, and permit me to say upright party. ਸਾਨੂੰ ਤਾਂ ਕਈ ਵਾਰ ਸਰਕਾਰ ਦੇ ਵਿੱਚ ਕੁਝ ਲੋਕਾਂ ਨੂੰ ਪਾਰਟੀ 'ਚ ਲੋੜ ਹੁੰਦੀ ਹੈ, ਇਸ ਕਾਰਨ ਜਿਹੜਾ ਪਾਰਟੀ 'ਚ ਸਾਡੇ ਬੈਠਾ ਨਾ, ਪਾਰਟੀ 'ਚ ਵੀ ਇੰਪੋਰਟੈਂਟ ਹੁੰਦਾ। ਨੱਡਾ ਜੀ ਨੂੰ ਹੈਲਥ ਮਿਨਿਸਟਰੀ ਤੋਂ ਚੱਕ ਕੇ ਪ੍ਰਧਾਨ ਬਣਾਇਆ ਗਿਆ ਸੀ। ਏਦਾਂ ਹੀ ਜਿਹੜੇ ਹੈ ਕਈ ਐਸੇ ਜਿਹੜੇ ਜਨਰਲ ਸੈਕਟਰੀ ਸੀਗੇ, ਉਹਨਾਂ ਨੂੰ ਚੱਕ ਕੇ ਅਸੀਂ ਮਿਨਿਸਟਰ ਬਣਾਇਆ। ਇਹਨਾਂ ਦੇ ਵਿੱਚੋਂ ਹੀ ਜਿਹੜੇ ਆਪਾਂ ਕਹਿੰਦੇ ਜੀ ਡ੍ਰੌਪ ਕਰਤੇ ਜੀ, ਉਹ ਪਰਫਾਰਮੈਂਸ ਨਹੀਂ ਅੱਛੀ ਸੀ। ਪਾਰਟੀ ਨੇ ਪਤਾ ਨਹੀਂ ਕਿਸ ਨਜ਼ਰੀਏ ਨਾਲ ਕਿਸ ਵਿਅਕਤੀ ਨੂੰ ਕਿਉਂ ਅਜੇ ਸਰਕਾਰ ਚੋਂ ਕੱਢਿਆ ਔਰ ਉਹਨੂੰ ਪਾਰਟੀ 'ਚ ਲੈ ਕੇ ਕੋਈ ਵੱਡੀ ਜ਼ਿੰਮੇਵਾਰੀ ਦੇਣੀ ਹੈ। ਹੋ ਸਕਦਾ ਉਹਨੂੰ ਕੋਈ ਵੱਡਾ ਟਾਰਗੇਟ ਦੇਣਾ ਹੋਵੇ, ਜਿੱਦਾਂ ਅਸੀਂ ਕਹਿ ਰਹੇ ਇਲੈਕਸ਼ਨ ਆ ਰਹੇ ਹੈ, ਹੋ ਸਕਦਾ ਉਹਨਾਂ ਨੂੰ ਉਹੋ ਜਿਹੀਆਂ ਪੋਜੀਸ਼ਨਾਂ ਦੇਣੀਆਂ ਹੋਵੇ, ਫਲਾਣੀ ਸਟੇਟ ਨੂੰ ਤੁਸੀਂ ਆਰਗੇਨਾਈਜ਼ ਕਰੋ, ਤੁਸੀਂ ਦੇਖੋ, ਸੁਪਰਵਾਈਜ਼ ਕਰੋ, ਇਲੈਕਸ਼ਨ ਲੜਾਓ ਜੀ। ਸੋ ਇਹ ਪਾਰਟੀ ਜਿਹੜੀ ਹੈ, ਜਿੱਦਾਂ ਮੈਂ ਕਿਹਾ ਕਿ ਬੜੀ ਆਰਗੇਨਾਈਜ਼ਡ ਔਰ ਬੜੀ ਹੀ ਸੈੱਟ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ ਜੀ। ਬਿਲਕੁਲ, ਜੇ ਸਾਡਾ ਵਿਅਕਤੀ ਸਰਕਾਰ 'ਚ ਹੈ ਨਾ, ਤੇ ਫਿਰ ਉਹ ਪਾਰਟੀ ਦਾ ਕੰਮ ਨਹੀਂ ਉਹ ਅਕਸਰ ਲਿੱਤਾ ਜਾਂਦਾ, ਪਾਰਟੀ ਦਾ ਕੰਮ ਕਰਨ ਵਾਲੇ ਦੂਸਰੇ। ਜੇ ਉਹਨੇ ਸਰਕਾਰ 'ਚ, ਜੇ ਪਾਰਟੀ 'ਚ ਕੰਮ ਕਰਨਾ ਫਿਰ ਸਰਕਾਰ 'ਚ ਛੱਡ ਕੇ ਪਾਰਟੀ 'ਚ ਆ ਜਾਂਦੇ, ਜੇ ਪਾਰਟੀ 'ਚ ਕੰਮ ਨਹੀਂ ਕਰਨਾ ਫਿਰ ਸਰਕਾਰ ਚਲੇ ਜਾਂਦੇ। ਇਸ ਕਾਰਨ ਇਹ ਚੱਲਦਾ ਰਹਿੰਦਾ। ਬੜੀ ਹੀ ਕਲੈਕਟਿਵ ਵਿਜ਼ਡਮ ਵਾਲੀ ਪਾਰਟੀ ਹੈ ਜੀ। ਪਰ ਭੰਡਾਰੀ ਜੀ, ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ, ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰੀਏ, ਚਾਹੇ ਪੈਟਰੋਲ ਡੀਜ਼ਲ ਦੇ ਰੇਟ ਹੋਣ, ਜਾਂ ਕਰੋਨਾ ਮਹਾਮਾਰੀ ਦੇ ਦੌਰਾਨ ਜੋ ਆਰਥਿਕ ਤੰਗੀ ਆਈ ਹੈ, ਜਾਂ ਚਾਹੇ ਨੋਟਬੰਦੀ ਦੀ ਹੀ ਗੱਲ ਹੋਵੇ, ਲੋਕਾਂ ਨੇ ਬਹੁਤ ਕੁਝ ਝੇਲਿਆ ਹੈ। ਹਰ ਪਾਸੇ ਆਲੋਚਨਾ ਵੀ ਹੁੰਦੀ ਹੈ ਸਰਕਾਰ ਦੀ ਕਿ ਸਰਕਾਰ ਨੇ ਇਹ ਸਭ ਕੀਤਾ ਸੀ ਤਾਂ ਲੋਕਾਂ ਦੇ ਨਾਲ ਬਹੁਤ ਜਿਹੜਾ ਆ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਵਿਸਥਾਰ ਦੇ ਨਾਲ ਕੋਈ ਇਹਦੇ 'ਚ ਸੁਧਾਰ ਆਊਗਾ ਜੋ ਆਲੋਚਨਾ ਹੁੰਦੀ ਹੈ ਜਾਂ ਜੋ ਹੈ? ਦੇਖੋ, ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਨੋਟਬੰਦੀ ਵਾਲਾ ਤਾਂ ਇਸ਼ੂ ਹੁਣ ਸਮਾਪਤ ਕਰਨਾ ਚਾਹੀਦਾ ਸਾਨੂੰ, ਕਿਉਂਕਿ ਨੋਟਬੰਦੀ ਬਾਅਦ ਤਾਂ ਇਲੈਕਸ਼ਨ ਹੋ ਗਿਆ ਔਰ ਇਲੈਕਸ਼ਨ ਦੇ ਵਿੱਚ ਤਾਂ ਪਾਰਟੀ ਅੱਗੇ ਨਾਲੋਂ ਵੀ ਜ਼ਿਆਦਾ ਸੀਟਾਂ ਲੈ ਕੇ ਆਈ। ਇਸ ਕਾਰਨ ਲੋਕਾਂ ਨੇ ਲੋਕਬੰਦੀ ਬਾਰੇ ਕੀ ਦਿੱਤਾ ਉਹਦਾ ਫਤਵਾ ਤਾਂ ਇਸ ਇਲੈਕਸ਼ਨ 'ਚ ਦੇ ਦਿੱਤਾ। ਰਿਹਾ ਗੱਲ ਕੋਵਿਡ ਦਾ ਜਾਂ ਤੁਸੀਂ ਪੈਟਰੋਲੀਅਮ ਦਾ ਕਰਦੇ ਆ, ਪੈਟਰੋਲੀਅਮ ਵਾਲਾ ਆਸਪੈਕਟ ਤਾਂ ਮੋਰ ਔਰ ਲੈਸ
ਇੰਟਰਨੈਸ਼ਨਲ ਪ੍ਰਾਈਸਿਸ ਨਾਲ ਜੁੜਿਆ ਹੈ, ਉੱਥੇ ਦੀ ਡਿਮਾਂਡ ਸਪਲਾਈ ਨਾਲ ਜੁੜਿਆ ਹੈ। ਬੜਾ ਹੀ ਘੱਟ ਜਿਹੜਾ ਉਹ ਦੇਸ਼ ਕੋ ਉਸ ਚੀਜ਼ ਦੀ ਉੱਤੇ ਥੱਲੇ ਕਰਨ ਦੀ ਪ੍ਰੋਵੀਜ਼ਨ ਹੁੰਦੀ ਹੈ ਜਾਂ ਇੱਕ ਸਪੇਸ ਹੁੰਦਾ ਹੈ। ਬਾਕੀ ਜੇ ਕੋਵਿਡ 'ਚ ਦੀ ਗੱਲ ਦੇਖੀ ਜਾਵੇ ਤੇ ਜਿਹੜੀ ਪਹਿਲੀ ਵੇਵ ਦੇ ਵਿੱਚ ਅਸੀਂ ਬਹੁਤ ਅੱਛਾ ਕੰਮ ਕੀਤਾ ਸਰਕਾਰ ਨੇ। ਦੂਜੀ ਵੇਵ ਜ਼ਰੂਰ ਅਨਐਕਸਪੈਕਟਡ ਲਾਈਨ ਤੇ ਗਈ, ਲੇਕਿਨ ਉਹਨੂੰ ਬੜੀ ਜਲਦੀ ਕੰਟਰੋਲ ਕਰ ਲਿੱਤਾ ਗਿਆ। ਅੱਜ ਜਿਹੜੀ ਕੋਵਿਡ ਦੀ ਪੋਜੀਸ਼ਨ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਟੇਬਲ ਹੈ, ਔਰ ਇਸ ਕਾਰਨ ਤੀਜੀ ਵੇਵ ਬਾਰੇ ਬਹੁਤ ਜ਼ਿਆਦਾ ਗਵਰਨਮੈਂਟ ਕੌਸ਼ਸ ਹੈ। ਮੈਂ ਨਹੀਂ ਸਮਝਦਾ ਕਿ ਕੋਈ ਦਿੱਕਤ ਆਏਗੀ, ਲੇਕਿਨ ਕੋਵਿਡ ਕਿਹੜੀ ਇੰਡੀਆ ਦੀ ਬਿਮਾਰੀ ਹੈ, ਉਹ ਵੀ ਇੰਟਰਨੈਸ਼ਨਲ ਬਿਮਾਰੀ ਹੈ, ਕਿਤੇ ਨਾ ਕਿਤੇ ਢਿੱਲ ਰਹਿ ਜਾਂਦੀ ਹੈ। ਅਸੀਂ ਨਹੀਂ ਕਹਿੰਦੇ ਢਿੱਲ ਨਹੀਂ ਰਹੀ ਹੋਊਗੀ, ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਕਿਤੇ ਹੋ ਸਕਦੀ ਹੈ ਔਰ ਸਟੇਟਾਂ ਵੱਲੋਂ ਵੀ ਹੈ। ਬਾਕੀ ਸਾਡੇ ਦੋਸਤ ਕਹਿੰਦੇ ਰਹਿੰਦੇ ਆ ਜੀ ਉਹ ਫਲਾਣੇ ਨੇ ਕੋਵਿਡ 'ਚ ਕੁਛ ਨਹੀਂ ਕੀਤਾ, ਤੇ ਇੱਥੇ ਦੇ ਹੈਲਥ ਮਿਨਿਸਟਰ ਨੇ ਕੀ ਕਰ ਲਿਆ ਕੋਵਿਡ 'ਚ, ਤੇ ਫਿਰ ਆ ਧਰਮ ਸੋਤ ਨੇ ਇੰਨਾ ਉਹ ਵਜੀਫੇ ਖਾ ਗਏ, ਇੰਨੇ ਘਪਲੇ ਹੋ ਗਏ, ਉਹਨੇ ਕੀ ਐਜੂਕੇਸ਼ਨ 'ਚ ਕਰ ਲਿਆ ਜਾਂ ਉਹਨੇ ਕੀ ਐਸਸੀ ਸਮਾਜ ਵਾਸਤੇ ਕੁਝ ਕਰ ਲਿਆ। ਸਿੱਧੂ ਸਾਹਿਬ ਦਾ ਦੇਖ ਲਓ ਕੀ ਬੋਲਦੇ ਆ। ਸੋ ਐਵੇਂ ਇੱਧਰ ਇਹੋ ਜਿਹੀਆਂ ਗੱਲਾਂ ਉੱਧਰ ਕਰਨਾ ਮੈਂ ਘੱਟ ਛੇੜੂਗਾ ਇਸ ਚੀਜ਼ ਨੂੰ। ਕੁੱਲ ਮਿਲਾ ਕੇ ਇਹ ਹੈ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਿਆ ਕਰੀਏ ਅਸੀਂ ਇਸ ਤੋਂ ਪਹਿਲਾਂ ਕਿ ਦੂਜਿਆਂ ਨੂੰ ਉਂਗਲ ਕਰੀਏ। ਬਿਲਕੁਲ, ਪਰ ਇੱਥੇ ਭੰਡਾਰੀ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ, ਜਿਸ ਤਰ੍ਹਾਂ ਦੇ ਨਾਲ ਕੈਬਨਿਟ ਦਾ ਵਿਸਥਾਰ ਹੋਇਆ, ਜੋ ਹੁਣ ਨਵਾਂ ਵਿਸਥਾਰ ਹੋਇਆ, ਉਹਦੇ ਵਿੱਚ ਹਰ ਸਮਾਜ ਦਾ, ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ, ਉਸ ਹਿਸਾਬ ਨਾਲ ਹੀ ਇਹ ਵਿਸਥਾਰ ਹੋਇਆ ਹੈ? ਦੇਖੋ ਤੁਹਾਡੇ ਸਾਹਮਣੇ ਹੈ 27 OBC ਤੋਂ ਲਿੱਤੇ ਗਏ ਨੇ ਮਿਨਿਸਟਰ, ਦਲਿਤ ਭਾਈਚਾਰੇ ਤੋਂ 12 ਲਿੱਤੇ ਗਏ ਨੇ, ਟ੍ਰਾਈਬਲ ਤੋਂ 8 ਹੈ, ਨਵੇਂ ਜਿਹੜੇ ਮਿਨਿਸਟਰਸ ਲਿੱਤੇ ਗਏ ਹੈ ਉਹਨਾਂ 'ਚ 7 ਵਿਮਨ ਨਿਊ ਹੈ, ਟੋਟਲ 11 ਹੋ ਗਏ ਹੈ। ਇਸ ਕਰਕੇ ਬੈਲੈਂਸ ਕੈਬਨਿਟ ਮੈਂ ਬਣਦਾ ਹੈ। ਪਰ ਪੰਜਾਬ ਦੇ ਵਿੱਚੋਂ ਕੋਈ ਨਹੀਂ ਆ, ਇਹਦਾ ਕੀ ਜਵਾਬ ਹੈ ਤੁਹਾਡੇ ਕੋਲੋਂ? ਪੰਜਾਬ 'ਚ ਆਪਣੇ 2 MP ਹੈ ਜੀ ਬੀਜੇਪੀ ਦੇ। ਜੀ ਮੈਂ ਕੈਬਨਿਟ ਦੀ ਗੱਲ ਕਰੀ, ਕੈਬਨਿਟ ਦੇ ਵਿੱਚ ਪੰਜਾਬ ਦਾ ਕੋਈ ਨਹੀਂ ਹੈ। ਦੇਖੋ ਏਦਾਂ ਹੈ, ਇੱਕ 2 MP ਹੈ, ਇੱਕ ਸੋਮ ਪ੍ਰਕਾਸ਼ ਜੀ ਆਲਰੇਡੀ ਹੈਗੇ ਨੇ ਮਿਨਿਸਟਰ, ਤੇ ਹੋਰ ਕੀ ਪੰਜਾਬ 'ਚ ਆਪਾਂ ਐਕਸਪੈਕਟ ਕਰਦੇ ਹਾਂ। ਜੇ ਟੋਟਲ 303 ਹੈ ਉਹਦਾ 20% ਵੀ ਮੰਨ ਲਈਏ, ਉੱਤਰ ਪ੍ਰਦੇਸ਼ ਦੇ ਵਿੱਚੋਂ 7, ਉੱਤਰ ਪ੍ਰਦੇਸ਼ ਚੋਂ ਕੱਲੇ ਉੱਤਰ ਪ੍ਰਦੇਸ਼ ਦੇ ਵਿੱਚੋਂ ਹੀ 7 ਲੈ ਲੈਣੇ, ਤੇ ਪੰਜਾਬ ਦੇ ਵਿੱਚ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ, ਇਹਦੇ ਬਾਰੇ ਕੀ ਕਹੋਗੇ ਕਿ ਉੱਤਰ ਪ੍ਰਦੇਸ਼ ਐਸਾ ਕੀ ਸੀ ਕਿ 7 ਉੱਥੋਂ ਹੀ ਲੈਣੇ? ਨਹੀਂ, ਉੱਤਰ ਪ੍ਰਦੇਸ਼ ਦੀਆਂ ਕਿੰਨੀਆਂ ਸੀਟਾਂ ਜੀ? 70 ਦੇ ਕਰੀਬ ਸਾਡੇ MP ਹੈ, ਉਹਦਾ 10% 7 ਲੈ ਲਿਆ, ਇੱਥੇ ਤਾਂ 50% ਲਈ ਬੈਠੇ ਆ। ਠੀਕ ਹੈ ਜੀ, 2 MPਆਂ ਦੇ ਲਿੱਤਾ ਤਾਂ ਹੈ ਜੀ। ਬਿਲਕੁਲ ਕਲਸੀ ਜੀ, ਜੇ ਆਪਾਂ ਗੱਲ ਕਰੀਏ, ਤੁਸੀਂ ਤੇ ਸਿਆਸੀ ਮਾਮਲੇ ਦੇ ਮਾਹਰ ਹੋ, ਜਿਸ ਤਰ੍ਹਾਂ ਦੇ ਨਾਲ ਹੁਣ ਭੰਡਾਰੀ ਜੀ ਨੇ ਸਾਰਾ ਕੁਝ ਕਵਰ ਕੀਤਾ ਹੈ ਜਾਂ ਦੱਸ ਦਿੱਤਾ ਉਹਨਾਂ ਨੇ, ਤੁਹਾਨੂੰ ਕੀ ਲੱਗਦਾ ਇੱਕ ਤਾਂ ਪੰਜਾਬ ਦਾ ਕੋਈ ਨਹੀਂ ਲਿਆ, ਜਿੱਦਾਂ ਇਹ ਦੱਸ ਰਹੇ ਨੇ ਕਿ MP ਹੈਗੇ ਨੇ ਸੋਮ ਪ੍ਰਕਾਸ਼ ਜੀ, ਜਾਂ ਉਸ ਤੋਂ ਇਲਾਵਾ ਜਿਹੜੇ ਮੁੱਦਿਆਂ ਤੇ ਮੈਡਮ ਉਹਦੇ 'ਚ ਨਾ ਉਹਦੇ 'ਚ ਬੈਲੈਂਸ ਨਹੀਂ ਰਿਹਾ। ਮੈਂ ਮੰਨਦਾ ਕਿ ਮਿਨੋਰਟੀਜ਼ ਮੁਸਲਿਮ ਸਭ ਤੋਂ ਵੱਡੀ ਹਾਈਐਸਟ ਮੈਜੋਰਟੀ ਹੈਗੀ ਹੈ ਸਾਡੇ ਇੰਡੀਆ ਦੇ ਵਿੱਚ, 11-12% ਪਾਪੂਲੇਸ਼ਨ ਹੈ। ਇਸ ਵਿੱਚ ਸਿਰਫ ਇੱਕ ਮਿਨਿਸਟਰ ਵੈਸਟ ਬੰਗਾਲ ਤੋਂ ਲਿਆ ਗਿਆ ਹੈਗਾ, ਸਿਰਫ ਇੱਕ ਮੁਸਲਿਮ ਹੈ, ਜਦੋਂ ਕਿ UP ਦੀ ਇਲੈਕਸ਼ਨ ਲੜਨ ਜਾ ਰਹੇ ਨੇ, ਮੁਸਲਿਮ ਵੋਟ ਦੇ ਉੱਪਰ ਇਹਨਾਂ ਦੀ ਟੇਕ ਹੈ, ਤਾਂ ਉਹਦੇ ਉੱਪਰ ਮੈਨੂੰ ਲੱਗਦਾ ਹੈ ਕਿ ਉਸ ਕਮਿਊਨਿਟੀ ਨਾਲ ਉਸ ਤਰ੍ਹਾਂ ਦਾ ਜੋ ਜਸਟਿਸ ਹੋਣਾ ਚਾਹੀਦਾ ਸੀ ਨਹੀਂ ਹੋਇਆ। ਸਿੱਖਾਂ ਦੇ ਵਿੱਚੋਂ ਇਕੱਲੇ ਹਰੀਸ਼ ਪੁਰੀ ਨੇ, ਉਹ ਵੀ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਹੀ ਜਾ ਸਕਦੀ, ਉਹ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਬੋਧੀਆਂ ਦੇ 2 ਨੇ, ਪਾਰਸੀਆਂ ਦਾ 1 ਹੈਗਾ, ਪਰ ਜਿਹੜੀ ਮਿਨੋਰਟੀ ਦੀ ਰਿਪਰੈਜ਼ੈਂਟੇਸ਼ਨ ਬਣਨੀ ਚਾਹੀਦੀ ਹੈਗੀ ਉਹ ਨਹੀਂ ਹੈ। ਇਹ ਗੱਲ ਬਿਲਕੁਲ ਵਾਜਬ ਹੈ ਕਿ 11 ਵਿਮਨ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ, ਪਰ ਮੈਂ ਇਹ ਪੁੱਛਦਾ ਹੈ ਕਿ ਇਹੀ ਪਾਰਟੀ ਜਦੋਂ ਵਿਮਨ ਦੀ 33% ਦੀ ਰਿਜ਼ਰਵੇਸ਼ਨ ਦੀ ਗੱਲ ਕਰਦੀ ਹੈ ਤਾਂ ਉਹ ਰਿਜ਼ਰਵੇਸ਼ਨ ਨੂੰ ਇੰਪਲੀਮੈਂਟ ਕਦੋਂ ਕਰਨਾ ਸੀ? ਮੈਨੂੰ ਲੱਗਦਾ ਹੈ ਕਿ 11 ਵੀ ਬਹੁਤ ਥੋੜੇ ਨੇ, ਚਾਹੇ ਮੰਨਦੇ ਆ ਕਿ ਹਾਈਐਸਟ ਹੈ। ਮਨਮੋਹਨ ਸਿੰਘ ਦੀ ਸਰਕਾਰ ਤੋਂ ਬਾਅਦ ਇਹ ਪਹਿਲੀ ਮਿਨਿਸਟਰੀ ਹੈ ਜਿਹਨੇ ਸਭ ਤੋਂ ਵੱਧ ਵੂਮਨ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਪਰ ਐਜ਼ ਬੀਇੰਗ ਏ ਸਟੂਡੈਂਟ ਆਫ ਪੋਲੀਟੀਕਲ ਸਾਇੰਸ ਸਾਡੀ ਮੰਗ ਕਰਦੀ ਹੈ ਕਿ ਪੋਲੀਟੀਕਲ ਪਾਰਟੀਆਂ ਵਿਮਨ ਦੀ 33% ਰਿਜ਼ਰਵੇਸ਼ਨ ਦੀ ਗੱਲ ਤਾਂ ਕਰਦੀਆਂ ਨੇ ਕਿ ਅਸੀਂ ਕਰਨੀ ਹੈ, ਪਰ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਉਹਦਾ ਮੈਨੂੰ ਸਮਝ ਨਹੀਂ ਆਉਂਦਾ। ਮੈਂ ਉਸ ਦਾ ਜਵਾਬ ਜ਼ਰੂਰ ਮੰਗਦਾ। ਪੰਜਾਬ ਬਾਰੇ ਜ਼ਰੂਰ ਮੈਨੂੰ ਲੱਗਦਾ ਕਿ ਭਗਵੰਤ ਸਾਹਿਬ ਨੇ ਕਹਿ ਦਿੱਤਾ ਕਿ 2 ਬੰਦੇ ਸੀ, ਇੱਕ ਪਹਿਲਾਂ ਆਲਰੇਡੀ ਹੈਗਾ ਤਾਂ ਹੋਰ ਕਿਸੇ ਨੂੰ ਰਿਪਨ ਨਹੀਂ ਦਿੱਤੀ ਜਾ ਸਕਦੀ ਸੀ, ਪਰ ਮੈਨੂੰ ਲੱਗਦਾ ਕਿ ਨਹੀਂ,
ਜੇ ਚਾਹੁੰਦੇ ਤਾਂ ਕਿਸੇ ਨੂੰ ਵੀ ਰਿਪਰੈਜ਼ੈਂਟੇਸ਼ਨ ਦੇਣੀ ਕੋਈ ਔਖਾ ਕੰਮ ਨਹੀਂ ਹੁੰਦਾ, ਕਿਉਂਕਿ 6 ਮਹੀਨੇ ਲਈ ਕਿਸੇ ਨੂੰ ਵੀ ਇੰਡਕਟ ਕੀਤਾ ਜਾ ਸਕਦਾ ਹੈਗਾ। ਵਿਦਨ ਦੈਟ ਪੀਰੀਅਡ ਐਡਜਸਟਮੈਂਟ ਵੀ ਹੋ ਸਕਦੀ ਹੈ। ਬਹੁਤ ਸਾਰੀਆਂ ਕਾਨਸਟੀਟਿਊਸ਼ਨਲ ਪ੍ਰੋਵੀਜ਼ਨ ਹੈਗੀਆਂ ਨੇ ਜਿਹਦੇ ਅੰਤਰਗਤ ਜੇ ਚਾਹੁਣ ਦੇ ਤਾਂ ਪੰਜਾਬ ਵਿੱਚੋਂ ਵੀ ਕਿਸੇ ਹੋਰ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਸਕਦੀ ਸੀ। ਕਿ ਇਹ ਨਹੀਂ ਕਿ ਬਾਹਰ ਹੈਗਾ ਕਿ ਦਿੱਤਾ ਨਹੀਂ ਸੀ ਜਾ ਸਕਦਾ। ਤਾਂ ਮਿਨੋਰਟੀਜ਼ ਦੇ ਮਾਮਲੇ ਔਰ ਪੰਜਾਬ ਦੇ ਮਾਮਲੇ ਜ਼ਰੂਰ ਮੈਨੂੰ ਲੱਗਦਾ ਕਿ ਇਹ ਠੀਕ ਨਹੀਂ। ਬਿਲਕੁਲ ਬਿਲਕੁਲ। ਇੱਥੇ ਕੰਵਰ ਹਰਪ੍ਰੀਤ ਜੀ ਤੁਹਾਡੇ ਕੋਲ ਵੀ ਆਵਾਂਗੇ, ਤੁਹਾਡਾ ਇਹਨਾਂ ਬਾਰੇ 'ਚ ਕੀ ਕਹਿਣਾ ਹੈਗਾ? ਕਿਉਂਕਿ ਇੱਥੇ ਕਲੀਅਰ ਤਾਂ ਕੀਤਾ ਜਾ ਰਿਹਾ ਹੈ, ਕਿਉਂਕਿ ਗੱਲ ਹੋ ਰਹੀ ਹੈ ਜੇਕਰ ਵਿਸਥਾਰ ਹੋਇਆ ਹੈ ਤਾਂ ਇਹ ਮਤਲਬ ਸਹੀ ਤਰੀਕੇ ਨਾਲ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਉਹਨਾਂ ਕਿਹਾ ਕਿ ਪਹਿਲੇ ਹੀ ਆਲਰੇਡੀ ਹੈਗਾ ਸੀ ਕੋਈ ਨਾ ਕੋਈ, ਇਸ ਲਈ ਉਹਨਾਂ ਨੇ ਪੰਜਾਬ 'ਚ ਕੋਈ ਹੋਰ ਨਹੀਂ ਚੁਣਿਆ, ਤੇ ਉੱਤਰ ਪ੍ਰਦੇਸ਼ 'ਚੋਂ 7 ਜਿਹੜੇ ਨੇ ਮੰਤਰੀ ਚੁਣੇ ਗਏ ਨੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਗੁਜਰਾਤ 'ਚੋਂ ਵੀ 7 ਨੇ, ਗੁਜਰਾਤ 'ਚੋਂ ਵੀ 7 ਨੇ। ਦੇਖੋ ਇਸ ਤਰ੍ਹਾਂ ਹੈ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭੰਡਾਰੀ ਸਾਹਿਬ ਨੇ ਕਿਹਾ ਕਿ ਇਹਨਾਂ ਕੋਲ 2 ਕੁੱਲ ਐਮਪੀ ਨੇ, ਉਹਨਾਂ ਦੇ ਵਿੱਚੋਂ ਇੱਕ ਸੋਮ ਪ੍ਰਕਾਸ਼ ਜੀ ਉਹ ਕੁਝ ਤਜਰਬਾ ਰੱਖਦੇ ਨੇ ਕਿਉਂਕਿ ਅਫਸਰ ਵੀ ਰਹੇ ਨੇ। ਉਸ ਤੋਂ ਬਾਅਦ ਉਹਨੇ ਪੰਜਾਬ ਸਰਕਾਰ ਦੇ ਵਿੱਚ ਵੀ ਉਹ ਪਾਰਲੀਮਾਨੀ ਸਕੱਤਰ ਰਹੇ, ਤੇ ਉਹਨਾਂ ਨੂੰ ਠੀਕ ਹੈ ਇਹਨਾਂ ਨੇ ਲਾਇਆ ਹੋਇਆ ਕੇਂਦਰੀ ਮੰਤਰੀ। ਤੇ ਦੂਸਰਾ ਤਾਂ ਮੈਂ ਸਮਝਦਾ ਵੀ ਉਹ ਆਪਣਾ ਹਲਕੇ ਵਿੱਚ ਵੀ ਕਦੇ ਨਹੀਂ ਆਇਆ। ਜਿਹੜਾ ਗੁਰਦਾਸਪੁਰ ਤੋਂ ਚੋਣ ਜਿੱਤ ਗਿਆ ਸੀ ਉਹ ਸਿਰਫ ਆਪਣੇ ਇੱਕ ਕਲਾਕਾਰੀ ਜਿਹੜੀ ਉਹਦੇ ਫਿਲਮੀ ਅਦਾਕਾਰੀ ਦਾ ਜਿਹੜਾ ਉਹਦਾ ਬੈਕਗ੍ਰਾਉਂਡ ਸੀ ਉਹਦੇ ਚਲਦਿਆਂ ਜ਼ਰੂਰ ਉਹਨੂੰ ਵੋਟਾਂ ਪੈ ਗਈਆਂ, ਲੋਕਾਂ ਨੇ ਜਿਤਾਇਆ, ਪਿਆਰ ਦਿੱਤਾ। ਲੇਕਿਨ ਦਿਓਲ ਫੈਮਿਲੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਜ ਕਿ ਆਪਾਂ ਸਾਰੇ ਜਾਣਦੇ ਆ ਵੀ ਪੰਜਾਬੀਆਂ ਨਾਲ ਵਫਾ ਨਹੀਂ ਕਮਾਈ, ਤੇ ਜਿਸ ਤਰੀਕੇ ਨਾਲ ਉਹਨਾਂ ਦੀ ਥੂ ਹੋਈ ਹੈ, ਮੈਂ ਨਹੀਂ ਸਮਝਦਾ ਵੀ ਉਹ ਬੰਦਾ ਇਸ ਕਾਬਲ ਹੈ ਕਿ ਇੱਕ ਵਾਰ ਉਹ ਕਿਸੇ ਤਰ੍ਹਾਂ ਦੀ ਕੋਈ ਚੋਣ ਵੀ ਲੜੇ, ਤੇ ਮੰਤਰੀ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ। ਸੋ ਇਸ ਕਰਕੇ ਇਹਨਾਂ ਕੋਲ ਕੋਈ ਨੁਮਾਇੰਦਾ ਨਾ ਹੋਣ ਕਰਕੇ ਪੰਜਾਬ ਇਸ ਮਾਮਲੇ ਦੇ ਵਿੱਚ ਪਛੜ ਗਿਆ, ਤੇ ਅਸੀਂ ਉਮੀਦ ਕਰਦੇ ਹਾਂ ਵੀ ਸ਼ਾਇਦ ਅਗਲੀ ਵਾਰ ਇਹਨਾਂ ਦਾ ਕੋਈ ਨੁਮਾਇੰਦਾ ਪੰਜਾਬ ਚੋਂ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ 'ਚ ਜਾਵੇ ਹੀ ਨਾ, ਕਿਉਂਕਿ ਜੋ ਇਹਨਾਂ ਦੀ ਪਿਛਲੀਆਂ ਕਾਰਗੁਜ਼ਾਰੀਆਂ ਨੇ। ਹੁਣ ਮੈਂ ਗੱਲ ਕਰਨਾ ਚਾਹੁੰਦਾ ਸੀ ਇੱਕ ਛੋਟੀ ਜੀ ਗੱਲ, ਜਿਹੜੀ ਕਲਸੀ ਸਾਹਿਬ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਦਾ ਇਹ ਰਾਈਟ ਹੈ ਕਿ ਉਹ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕਰੇ। ਅਸੀਂ ਮਨਾ ਨਹੀਂ ਕਰਦੇ, ਪ੍ਰਧਾਨ ਮੰਤਰੀ ਦਾ ਬਿਲਕੁਲ ਰਾਈਟ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰੇ, ਲੇਕਿਨ ਇਸ ਦੇਸ਼ ਦੀ ਜਨਤਾ ਦਾ ਵੀ ਰਾਈਟ ਹੈ ਉਹਨਾਂ ਨੂੰ ਵੀ ਕੋਈ ਚੰਗਾ ਪ੍ਰਧਾਨ ਮੰਤਰੀ ਮਿਲੇ। ਅਗਰ ਇਹਨਾਂ ਦੇ ਸੰਗਠਨ ਦੇ ਵਿੱਚ ਕੋਈ ਚੰਗਾ ਹੋਰ ਚਿਹਰਾ ਹੁੰਦਾ ਤਾਂ ਜ਼ਰੂਰੀ ਸੀ ਕਿ ਮੋਦੀ ਸਾਹਿਬ ਦਾ ਅਸਤੀਫਾ ਦਵਾ ਕੇ ਤੇ ਕਿਸੇ ਚੰਗੇ ਚਿਹਰੇ ਨੂੰ ਅੱਗੇ ਲਿਆਂਦਾ ਜਾਂਦਾ, ਜਿਹੜਾ ਕਿ ਵੱਖਵਾਦੀ ਸੋਚ ਨੂੰ ਬੜਾਵਾ ਨਾ ਦੇ ਕੇ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਦਾ ਕੰਮ ਕਰਦਾ। ਇਹ ਜਿਹੜੀ ਮੈਂ ਗੱਲ ਕੀਤੀ ਸੀ ਨਾ ਡਾਕਟਰ ਹਰਸ਼ਵਰਧਨ ਹੋਰਾਂ ਦੀ, ਇਹ ਆਪਣੇ ਭੰਡਾਰੀ ਸਾਹਿਬ ਨੂੰ ਬੜੀ ਚੁੱਭੀ। ਮੈਂ ਇਹ ਕਹਿਣਾ ਚਾਹੁੰਦਾ ਡਾਕਟਰ ਹਰਸ਼ਵਰਧਨ ਜੀ ਨੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਬਦਨਾਮੀ ਖੱਟੀ ਹੈ ਨਾ ਕਰੋਨਾ ਕਾਲ ਦੇ ਵਿੱਚ, ਬਾਬੇ ਰਾਮਦੇਵ ਦੀਆਂ ਜਿਹੜੀਆਂ ਦਵਾਈਆਂ ਦੀ ਪ੍ਰਮੋਸ਼ਨ ਕੀਤੀ, ਉਹਦੇ ਨਾਲ ਬੈਠ ਕੇ ਉਦਘਾਟਨ ਕੀਤੇ, ਤੇ ਜਿਹੜੀਆਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਦਵਾਈਆਂ ਹੀ ਫੇਕ ਸੀ, ਜਾਲੀ ਸੀ, ਉਹ ਜਿਹੜੀ ਉਹਨੇ ਬਦਨਾਮੀ ਖੱਟੀ ਨਾ ਉਹਦਾ ਸਿਲਾ ਨੂੰ ਮਿਲਿਆ, ਔਰ ਬਿਲਕੁਲ ਠੀਕ ਮਿਲਿਆ। ਤੇ ਜਿਹੜੇ ਹੋਰ ਜਿਹੜੇ ਮੈਂ ਖਾਸ ਤੌਰ ਤੇ ਇੱਥੇ ਜ਼ਿਕਰ ਕਰਨਾ ਚਾਹੁੰਦਾ ਬੀਬੀ ਨਿਰਮਲਾ ਸੀਤਾਰਮਨ ਹੋਣਾ ਦਾ, ਬਿਲਕੁਲ ਉਹ ਹੱਕਦਾਰ ਸੀ ਕਿ ਉਹਨਾਂ ਨੂੰ ਵੀ ਬਾਹਰ ਕੀਤਾ ਜਾਂਦਾ ਮੰਤਰੀ ਮੰਡਲ ਚੋਂ। ਕਲਸੀ ਸਾਹਿਬ ਨੇ ਬੜਾ ਮੈਂ ਸਮਝਦਾ ਵੀ ਇੱਕ ਸ਼ੂਗਰ ਕੋਟਡ ਜੀ ਗੱਲ ਕਰਤੀ ਹੈ, ਉਹਨਾਂ ਨੇ ਸਾਫ਼ ਤੌਰ ਤੇ ਨਾਂ ਨਹੀਂ ਲਿਆ। ਉਹਨਾਂ ਨੇ ਇਹ ਗੱਲ ਕਹੀ ਕਿ ਵੀ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਦਾ ਵੀ ਫੇਲਿਅਰ ਰਿਹਾ। ਬਿਲਕੁਲ ਇਸ ਦੇਸ਼ ਦੀ GDP ਜਿਸ ਤਰੀਕੇ ਨਾਲ ਗਰਤ ਵਿੱਚ ਜਾ ਰਹੀ ਹੈ ਤੇ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ, ਔਰ ਉਹ ਸਾਰੇ ਕਾਸੇ ਦੀ ਜਿਹੜੀ ਜ਼ਿੰਮੇਵਾਰੀ ਹੈ ਅਲਟੀਮੇਟਲੀ ਪ੍ਰਧਾਨ ਮੰਤਰੀ ਦੀ ਬਣਦੀ ਹੈ। ਤੇ ਅਸੀਂ ਤੇ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਹੋਇਆਂ ਕੁਰਸੀ ਤੋਂ ਲਾਂਭੇ ਹੋਣ ਤੇ ਕਿਸੇ ਜ਼ਿੰਮੇਵਾਰ ਪੜ੍ਹੇ ਲਿਖੇ ਬੰਦੇ ਨੂੰ ਮੌਕਾ ਮਿਲੇ ਤਾਂ ਕਿ ਇਸ ਦੇਸ਼ ਦਾ ਜਿਹੜਾ ਵਿਕਾਸ ਦਾ ਰੁਕਿਆ ਹੋਇਆ ਪਹੀਆ ਉਹ ਦੁਬਾਰਾ ਤੋਂ ਚੱਲਣਾ ਸ਼ੁਰੂ ਹੋਵੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਰਾਏ ਸਾਂਝੀ ਕਰਨ ਦੇ ਲਈ। ਸੋ ਬਿਲਕੁਲ ਇੱਥੇ ਆਪਾਂ ਗੱਲ ਕੀਤੀ ਅੱਜ ਕਿ ਜਿਸ ਤਰ੍ਹਾਂ ਦੇ ਨਾਲ ਕੈਬਨਿਟ ਦਾ ਵਿਸਥਾਰ ਹੋਇਆ, ਕੇਂਦਰੀ ਕੈਬਨਿਟ ਦਾ। ਸੋ ਸਾਡੇ ਨਾਲ ਜਿਹੜੇ ਗੈਸਟ ਬਣੇ ਹੋਏ ਸਨ ਕਲਸੀ ਜੀ, ਭੰਡਾਰੀ ਜੀ ਤੇ ਜਿਹੜੇ ਕੰਵਰ ਹਰਪ੍ਰੀਤ ਸਿੰਘ ਜੀ, ਸਾਰੇ ਨੇ ਆਪਣੀ ਆਪਣੀ ਰਾਏ ਦਿੱਤੀ ਹੈ। ਬੇਸ਼ੱਕ ਇੱਥੇ ਵਿਸਥਾਰ ਜ਼ਰੂਰ ਹੋਇਆ ਹੈ। ਸੋ ਭੰਡਾਰੀ ਜੀ ਨੇ ਜਿਸ ਤਰ੍ਹਾਂ ਦੇ ਨਾਲ ਦੱਸਿਆ ਕਿ ਇਹਦੇ ਨਾਲ ਸੁਧਾਰ ਤਾਂ ਹੋਏਗਾ, ਕਾਫੀ ਕੁਝ ਬਦਲੇਗਾ, ਕਿਉਂਕਿ ਪਾਰਟੀ ਨੂੰ ਜਿਸ ਤਰ੍ਹਾਂ ਦੇ ਨਾਲ ਲੋੜ ਸੀ ਉਸ ਤਰ੍ਹਾਂ ਦੇ ਨਾਲ ਨੁਮਾਇੰਦੇ ਲਏ ਗਏ ਨੇ, ਤੇ ਜਿਹੜੇ ਅਸਤੀਫਾ ਦੇ ਚੁੱਕੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਕੱਲ ਨੂੰ ਕੋਈ ਨਾ ਕੋਈ ਹੋਰ ਵੱਡਾ ਟਾਰਗੇਟ ਜਾਂ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਰ ਸਵਾਲ ਅਜੇ ਵੀ ਇਹੀ ਨੇ, ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲੇ ਵੀ ਗੱਲ ਕੀਤੀ ਹੈ, ਵਜ਼ਾਰਤ ਦਾ ਵਿਸਥਾਰ ਜ਼ਰੂਰ ਹੋਇਆ ਹੈ, ਪਰ ਜੋ ਸਮਾਂ ਹੈ ਆਗਾਮੀ ਚੋਣਾਂ ਨੇ, 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਇਸ ਤੋਂ ਇਲਾਵਾ ਖੇਡ ਮੰਤਰੀ ਬਦਲੇ ਗਏ ਨੇ, ਅਸਤੀਫਾ ਉਹਨਾਂ ਕੋਲੋਂ ਲਿਆ ਗਿਆ ਹੈ, ਸਿੱਖਿਆ ਮੰਤਰੀ ਬਦਲੇ ਗਏ ਨੇ। ਸੋ ਇਹ ਕਈ ਤਰ੍ਹਾਂ ਦੇ ਇੱਥੇ ਸਵਾਲ ਖੜੇ ਕਰ ਰਹੇ ਨੇ ਕਿ ਵਾਕਈ ਸਹੀ ਸਮਾਂ ਸੀਗਾ ਇਹ ਸਭ ਕੁਝ ਕਰਨ ਦਾ, ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ ਜੋ ਅਜੇ ਤੱਕ ਸਾਫ਼ ਨਹੀਂ ਹੋਇਆ। ਸੋ ਜਿੰਨੀਆਂ ਵੀ ਹੁਣ ਤੱਕ ਸਾਡੇ ਨਾਲ ਬੜੇ ਹੋਏ ਸਨ, ਸਾਡੇ ਗੈਸਟ ਬਣੇ ਹੋਏ ਸਨ, ਇਹੀ ਕਿਹਾ ਗਿਆ ਹੈ। ਹਾਲਾਂਕਿ ਰਲਿਆ ਮਿਲਿਆ ਵੀ ਇਹਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ, ਜਿਸ ਤਰ੍ਹਾਂ ਦੇ ਨਾਲ ਵਜ਼ਾਰਤ ਦਾ ਵਿਸਥਾਰ ਹੋਇਆ ਤੇ ਉਹਦੇ ਵਿੱਚ ਜੋ ਬਦਲਾਅ ਆਏ ਨੇ,
ਜਿਹੜੇ ਤੰਜ ਵੀ ਕੱਸੇ ਗਏ ਨੇ, ਇਹ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ। ਪਰ ਦੇਖਣਾ ਹੋਏਗਾ ਕਿ ਵਾਕਈ ਇਸ ਵਿਸਥਾਰ ਦੇ ਨਾਲ ਕੀ ਕੁਝ ਸੁਧਾਰ ਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੇ ਵਿੱਚ ਇਹਦਾ ਕੀ ਅਸਰ ਰਹਿੰਦਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਮੁੱਦਾ ਇਹ ਨਹੀਂ ਸੀਗਾ। ਇਜਾਜ਼ਤ ਦਿਓ, ਧੰਨਵਾਦ।